एग्रीकल्चर डिपार्टमेंट ते कोऑपरेटिव डिपार्टमेंट दोनों ਦੀਆਂ ਡਿਊਟੀਆਂ ਲਾਈਆਂ ਗਈਆਂ ਸੀ। ਐਤਕੀ ਤਿਆਰੀਆਂ ਅਸੀਂ 2-3 ਮਹੀਨੇ ਪਹਿਲਾਂ ਹੀ ਸ਼ੁਰੂ ਕਰਤੀਆਂ ਸੀਗੀਆਂ ਕੈਂਪਸ ਲਾਉਣ ਲਈ। ਡਿਫਰੈਂਟ ਪਿੰਡਾਂ ਦੇ ਵਿੱਚ ਜਾ ਕੇ ਡਿਫਰੈਂਟ ਸੁਸਾਇਟੀਜ਼ ਦੇ ਵਿੱਚ ਜਾ ਕੇ ਕਰਮਚਾਰੀਆਂ ਵੱਲੋਂ ਅਧਿਕਾਰੀਆਂ ਵੱਲੋਂ ਕੈਂਪਸ ਲਗਾਏ ਗਏ, ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਦੇ ਵਿੱਚ ਵੈਸੇ ਵੀ ਇਨਵਾਇਰਨਮੈਂਟ ਨੂੰ ਲੈ ਕੇ ਜਿਹੜੀ ਹੈਗੀ ਆ ਹੁਣ ਅਵੇਅਰਨੈਸ ਵੱਧ ਰਹੀ ਹੈ। ਲੋਕ ਆਪ ਵੀ ਇਨਵਾਇਰਨਮੈਂਟ ਨੂੰ ਲੈ ਕੇ ਵੱਧ ਜਾਗਰੂਕ ਨੇ ਪਹਿਲੇ ਸਮਿਆਂ ਨਾਲੋਂ। ਹੁਣ ਕਿਸਾਨਾਂ ਨੂੰ ਪਤਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਵਾਤਾਵਰਣ ਦੇ ਨਾਲ ਅਸੀਂ ਜਿਹੜੀ ਸੋਇਲ ਦੀ ਕੁਆਲਿਟੀ ਆ ਉਹਨੂੰ ਵੀ ਖਰਾਬ ਕਰਦੇ ਹਾਂ। ਹੁਣ ਤੱਕ ਜਿਹੜੇ ਟੋਟਲ ਕੇਸਿਸ ਪਾਇਲ ਦੇ ਵਿੱਚ ਰਿਪੋਰਟ ਹੋਏ ਨੇ ਸੈਟੇਲਾਈਟ ਰਾਹੀਂ ਸਾਨੂੰ ਪੀਪੀਸੀਬੀ ਵੱਲੋਂ ਟੋਟਲ ਰਿਪੋਰਟਸ ਆਉਂਦੀਆਂ ਨੇ, ਡੇਲੀ ਰਿਪੋਰਟਸ ਆਉਂਦੀਆਂ ਨੇ ਕਿ ਕਿੰਨੇ ਕੇਸਿਸ ਜਿਹੜੇ ਨੇ ਰਿਪੋਰਟ ਹੋਏ ਨੇ। ਇਹ ਵੀ ਜਿਹੜਾ ਜ਼ਿਮੀਂਦਾਰ ਬਹੁਤ ਮਜਬੂਰ ਹੋ ਕੇ ਅੱਗ ਲਾਉਂਦਾ ਨਹੀਂ, ਅੱਗ ਲਾਉਣ ਨੂੰ ਇਹਦਾ ਜੀਅ ਨਹੀਂ ਕਰਦਾ ਹੈਗਾ। ਜੇ ਮਸ਼ੀਨਾਂ ਆਈ ਜਾਣ ਮਤਲਬ ਜਿਵੇਂ ਮੈਂ ਪਹਿਲਾਂ ਵੀ ਕਿਹਾ ਹਰੇਕ ਪਿੰਡ ਦੇ ਵਿੱਚ 5-4 5-7 ਹੋਣ, ਕੋਈ ਮਤਲਬ ਪਰਾਲੀ ਨੂੰ ਅੱਗ ਨਹੀਂ ਕਰਦਾ। ਸਾਰੀ ਬਹੁਤ ਜ਼ਿਆਦਾ ਅੱਗ ਲੱਗਣ ਦੇ ਨਾਲ ਇੱਕ ਤਾਂ ਇਨਵਾਇਰਨਮੈਂਟਲ ਪੋਲਿਊਸ਼ਨ ਹੋ ਰਿਹਾ ਹੈ, ਸਾਹ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਹੋਰ ਵੀ ਬਹੁਤ ਜ਼ਿਆਦਾ ਜੀਵ ਨੇ ਜਿਹੜੇ ਉਹ ਜਲ ਜਾਂਦੇ ਨੇ, ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹ ਖਤਮ ਹੋ ਜਾਂਦੀ ਹੈ। ਠੀਕ ਹੈ, ਐਕਸੀਡੈਂਟਲ ਕੇਸ ਵੱਧ ਜਾਂਦੇ ਨੇ, ਜਿਹੜੇ ਪਲਾਂਟਸ ਨੇ ਰੋਡਾਂ ਦੇ ਨਾਲ ਨੇ ਹੋਰ ਨੇ ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ। ਜੀ, ਪੰਜਾਬ ਸਰਕਾਰ ਵੱਲੋਂ ਮਸ਼ੀਨਰੀ ਜਿਹੜੀ ਉਹ ਸਬਸਿਡੀ ਦੇ ਉੱਤੇ ਪ੍ਰੋਵਾਈਡ ਕੀਤੀ ਜਾ ਰਹੀ ਹੈ। ਆਪਣੇ ਕੋਲ ਤਕਰੀਬਨ ਲੁਧਿਆਣੇ ਦੇ ਵਿੱਚ 1600 ਦੇ ਨੇੜੇ ਮਸ਼ੀਨਰੀ ਜਿਹੜੀ ਹੈ ਐਤਕੀ ਸਬਸਿਡੀ ਤੇ ਆਈ ਸੀਗੀ। ਲੋਕਾਂ ਵੱਲੋਂ ਉਹਦਾ ਭਰਪੂਰ ਫਾਇਦਾ ਲਿਆ ਗਿਆ। ਤੁਸੀਂ ਕਾਫੀ ਹੱਦ ਤੱਕ ਜਿਹੜੇ ਤੁਹਾਡਾ ਅਮਾਊਂਟ ਹੈ, ਜਿੰਨੇ ਤੁਸੀਂ ਪੈਸੇ ਸੁਪਰ ਸੀਡਰ ਤੇ ਜਾਂ ਹੈਪੀ ਸੀਡਰ ਤੇ ਸੁਪਰ ਸੀਡਰ ਵੱਲ ਨੂੰ ਇਸ ਵਾਰੀ ਕਿਸਾਨਾਂ ਦਾ ਰੁਝਾਨ ਜਿਹੜਾ ਹੈ ਉਹ ਜ਼ਿਆਦਾ ਹੈ, ਜਿੰਨੇ ਤੁਸੀਂ ਉੱਤੇ ਸਪੈਂਡ ਕਰਦੇ ਹੋ ਉਹਦਾ ਮੈਕਸਿਮਮ ਅਮਾਊਂਟ ਜਿਹੜਾ ਉਹ ਤੁਹਾਨੂੰ ਸਬਸਿਡੀ 'ਚ ਵਾਪਸ ਆ ਜਾਂਦਾ। ਵੈਸੇ ਜੇ ਦੇਖਿਆ ਜਾਵੇ ਤਾਂ ਬਹੁਤ ਘੱਟ ਇੰਪਰੂਵਮੈਂਟ ਹੋਈ ਹੈ, ਜ਼ਿਆਦਾ ਨਹੀਂ ਆਪਾਂ ਕਹਿ ਸਕਦੇ, ਹੋਈ ਹੈ 20% ਤੱਕ ਹੋਈ ਹੈ। ਲੇਕਿਨ ਸਰ ਪੰਜਾਬ ਸਰਕਾਰ ਦੇ ਜੋ ਗਾਈਡਲਾਈਨਸ ਆਈਆਂ ਨੇ, ਸੀਐਮ ਸਾਹਿਬ ਨੇ ਕਿਹਾ ਹੈ ਕਿ ਕੋਈ ਪਰਚਾ ਨਹੀਂ ਹੋਏਗਾ, ਤੇ ਲੇਕਿਨ ਉਸੀ ਸਾਈਡ ਕਹਿ ਰਹੇ ਨੇ, ਅਧਿਕਾਰੀ ਨੂੰ ਕਹਿ ਰਹੇ ਨੇ ਕਿ ਤੁਸੀਂ ਐਕਸ਼ਨ ਲਓ, ਲੇਕਿਨ ਕਿਸਾਨਾਂ ਨੂੰ ਕਹਿ ਰਹੇ ਕਿ ਤੁਹਾਡੇ ਤੋਂ ਕੋਈ ਐਕਸ਼ਨ ਨਹੀਂ ਹੋਏਗਾ। ਲੇਕਿਨ ਇਹ ਡਬਲ ਫੇਸ ਗੇਮ ਖੇਡੀ ਜਾ ਰਹੀ ਹੈ। ਇਸ ਤਰ੍ਹਾਂ ਸਰ ਸੋਲੂਸ਼ਨ ਨਹੀਂ ਮਿਲਣਾ। ਇਹ ਜੋ ਮਸ਼ੀਨਾਂ ਦੀ ਕਿੱਲਤ ਹੈ ਜੀ, ਇਹ ਕਿੰਨੇ ਸਮੇਂ ਤੋਂ ਆ ਰਹੀ ਹੈ ਜੀ? ਇਹ ਤਾਂ ਹੁਣ ਤੋਂ ਜਦ ਤੋਂ ਆਪਾਂ ਜੀਰੀਆਂ ਲਾਉਂਦੇ ਜਦ ਤੋਂ ਹੀ ਆ ਰਹੀ ਆ। ਤਾਂ ਹੁਣ ਮਸ਼ੀਨਾਂ ਆਈਆਂ ਨੇ 2 ਸਾਲ ਦੀਆਂ, ਉਹ ਵੀ ਮਾੜੀਆਂ ਮੋਟੀਆਂ। ਮੈਨੂੰ ਜੀ ਕੁਝ ਲੋਕ, ਕੁਝ ਕਿਸਾਨ ਅੱਜ ਵੀ ਇਹ ਆਪਣਾ ਮੈਸੇਜ ਦਿੰਦੇ ਨੇ ਕਿ ਸਾਡੀ ਮਜਬੂਰੀ ਹੈ, ਕੁਝ ਸਗੋਂ ਉਲਟਾ ਕੰਪਲੇਂਟ ਕਰਦੇ ਨੇ, ਜਿਵੇਂ ਕਿ ਇੱਕ ਘਟਨਾ ਵੀ ਵਾਪਰੀ ਹੈ ਜੀ ਆਪਣੇ ਮੁਲਾਜ਼ਮ ਵੀਰਾਂ ਦੇ ਨਾਲ, ਥੋੜ੍ਹੀ ਜਿਹੀ ਮਿਸਬਿਹੇਵ ਕੀਤਾ ਹੈ ਜੀ ਕਿਸਾਨਾਂ ਵੱਲੋਂ। ਤੇ ਉਹਨਾਂ ਕਿਸਾਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੈਨੂੰ ਜੀ ਕਿਸਾਨਾਂ ਦੀ ਆਖਰ ਕਿਹੜੀ ਐਸੀ ਮਜਬੂਰੀ ਹੈ ਕਿ ਕਿਸਾਨ ਵੀਰ ਨੇ ਇਹ ਜੋ ਸੋਲਿਊਸ਼ਨ ਦਾ ਹੱਲ ਕਰਨ ਦੇ ਵਿੱਚ ਪੰਜਾਬ ਸਰਕਾਰ ਦੀ ਮਦਦ ਨਹੀਂ ਕਰਦੇ ਹੈਗੇ, ਆਪਣਾ ਫਰਜ਼ ਸਹੀ ਨਹੀਂ ਨਿਭਾਉਂਦੇ ਹੈਗੇ ਔਰ ਕਾਨੂੰਨ ਦੀ ਉਲੰਘਣਾ ਕਰਦੇ ਨੇ। ਸਰਦਾਰ ਜੀ, ਕਿਤੇ ਘਟਨਾਵਾਂ ਦੇਖਣ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ, ਲੇਕਿਨ ਕਿਸਾਨਾਂ ਵੱਲੋਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ। ਇਸ ਪੁਆਇੰਟ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਐਸਡੀਐਮ ਸਾਹਿਬ, ਆਪਣੇ ਇਲਾਕੇ ਦੇ ਵਿੱਚ ਜੋ ਪਰਾਲੀ ਨੂੰ ਅੱਗ ਲਾਉਣ ਦਾ ਕਿਸਾਨਾਂ ਦਾ ਰੁਝਾਨ ਹੈ ਜੀ, ਇਹਦੇ ਬਾਰੇ ਆਪ ਜੀ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਂ ਜੀ। ਜਿਹੜਾ ਪਰਾਲੀ ਨੂੰ ਅੱਗ ਲਾਉਂਦੇ ਨੇ ਕਿਸਾਨ, ਉਹਨਾਂ ਦੇ ਵਿੱਚ ਅੱਗੇ ਪਿਛਲੀ ਵਾਰੀ ਦੇ ਕੇਸਿਸ ਨਾਲੋਂ ਕਾਫੀ ਜਿਹੜੀ ਗਿਰਾਵਟ ਆ ਉਹ ਅਸੀਂ ਦੇਖ ਰਹੇ ਹਾਂ। ਵਾਤਾਵਰਣ ਤੋਂ ਵੀ ਆਪਾਂ ਨੂੰ ਦਿਖ ਰਿਹਾ ਹੈ ਕਿ ਜਿੰਨੇ ਪਿਛਲੀ ਵਾਰੀ ਅਸੀਂ ਦੇਖ ਰਹੇ ਹਾਂ ਕੇਸਿਸ ਸੀਗੇ ਪਰਾਲੀ ਨੂੰ ਅੱਗ ਲਾਉਣ ਦੇ, ਜਿਹੜਾ ਰਕਬਾ ਹੈ ਜਿੱਥੇ ਪਰਾਲੀ ਨੂੰ ਅੱਗ ਲੱਗੀ ਹੈ ਇਸ ਵਾਰੀ, ਉਹ ਪਿਛਲੇ ਸਾਲਾਂ ਨਾਲੋਂ ਕਾਫੀ ਘਟਿਆ। ਜੇ ਤੁਸੀਂ ਆਸੇ-ਪਾਸੇ ਵੀ ਦੇਖੋਗੇ ਤਾਂ ਕਾਫੀ ਜ਼ਿਆਦਾ ਕਿਸਾਨ ਨੇ ਜਿਨ੍ਹਾਂ ਨੇ ਇਨ ਸੀਟੂ ਤੇ ਐਕਸ ਸੀਟੂ ਪੈਡੀ ਮੈਨੇਜਮੈਂਟ ਐਤਕੀ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਜਿਹੜੇ ਕਿਸਾਨ ਨੇ ਜਿਨ੍ਹਾਂ ਦੀ ਹਾਰਵੈਸਟਿੰਗ ਅਜੇ ਪੈਂਡਿੰਗ ਹੈ, ਕਿਉਂਕਿ ਅਜੇ ਇਸ ਵਾਰੀ ਹਾਰਵੈਸਟਿੰਗ ਥੋੜੀ ਜਿਹੀ ਡਿਲੇਡ ਹੋਣ ਕਰਕੇ ਅਜੇ ਵੀ ਵਢਾਈ ਜਿਹੜੀ ਹੈ ਉਹ ਚੱਲ ਰਹੀ ਹੈ, ਤਾਂ ਹਾਰਵੈਸਟਿੰਗ ਜਿਨ੍ਹਾਂ ਦੀ ਪੈਂਡਿੰਗ ਹੈ ਉਹਨਾਂ ਲਈ ਵੀ ਅਸੀਂ ਐਗਰੀਕਲਚਰ ਡਿਪਾਰਟਮੈਂਟ ਨੂੰ ਤੇ ਕੋਆਪਰੇਟਿਵ ਸੁਸਾਇਟੀਜ਼ ਨੂੰ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਉਹਨਾਂ ਨੂੰ ਸੰਦ ਜਿਹੜੇ ਨੇ ਉਹ ਮੁਹੱਈਆ ਕਰਵਾਏ ਜਾਣ, ਤਾਂ ਕਿ ਉਹ ਪੈਡੀ ਮੈਨੇਜਮੈਂਟ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਸਕਣ ਬਿਨਾਂ ਪਰਾਲੀ ਨੂੰ ਅੱਗ ਲਾਏ। ਮੈਡਮ ਜੀ, ਜਿਵੇਂ ਤੁਸੀਂ ਦੱਸਿਆ ਹੈਗਾ ਕਿ ਇਸ ਵਾਰ ਬਹੁਤ ਜ਼ਿਆਦਾ ਇੱਕ ਪੋਜ਼ਿਟਿਵ ਰਿਸਪੌਂਸ ਮਿਲਿਆ ਕਿਸਾਨਾਂ ਵੱਲੋਂ, ਇਹਨੂੰ ਆਪਾਂ ਤਰਕ ਦੇ ਆਧਾਰ ਦੇ ਉੱਪਰ ਮੈਡਮ ਜੀ ਕਿਵੇਂ ਦੱਸ ਸਕਦੇ ਹਾਂ? ਕੁਝ ਅੰਕੜਿਆਂ ਸਮੇਤ ਦੱਸਿਆ ਜਾ ਸਕਦਾ ਜੀ ਆਪਾਂ ਨੂੰ? ਹੁਣ ਤੱਕ ਜਿਹੜੇ ਟੋਟਲ ਕੇਸਿਸ ਪਾਇਲ ਦੇ ਵਿੱਚ ਰਿਪੋਰਟ ਹੋਏ ਨੇ, ਸੈਟੇਲਾਈਟ ਰਾਹੀਂ ਸਾਨੂੰ ਪੀਪੀਸੀਬੀ ਵੱਲੋਂ ਟੋਟਲ ਰਿਪੋਰਟਸ ਆਉਂਦੀਆਂ ਨੇ, ਡੇਲੀ ਰਿਪੋਰਟਸ ਆਉਂਦੀਆਂ ਨੇ ਕਿ ਕਿੰਨੇ ਕੇਸਿਸ ਜਿਹੜੇ ਨੇ ਉਹ ਰਿਪੋਰਟ ਹੋਏ ਨੇ। ਹੁਣ ਤੱਕ ਪਾਇਲ ਦੇ ਵਿੱਚ 76 ਕੇਸਿਸ ਨੇ ਜਿਹੜੇ ਰਿਪੋਰਟ ਹੋਏ ਨੇ। ਅਸੀਂ 48 ਆਵਰਸ ਦੇ ਵਿੱਚ 48 ਘੰਟਿਆਂ ਦੇ ਵਿੱਚ ਉਹਨਾਂ ਨੂੰ ਵਿਜ਼ਿਟ ਕਰਵਾਉਂਦੇ ਆ ਆਪਣੇ ਨੋਡਲ ਅਫਸਰਾਂ ਨਾਲ। ਪਟਵਾਰੀ ਜਾਂ ਪੰਚਾਇਤ ਸੈਕਟਰੀ ਜਿਹੜੇ ਹੈਗੇ ਨੇ ਉਹ ਉੱਥੇ ਜਾ ਕੇ ਵਿਜ਼ਿਟ ਕਰਦੇ ਨੇ। 64 ਸਾਈਟਸ ਨੇ ਜਿਹੜੀਆਂ ਹੁਣ ਤੱਕ ਅਸੀਂ ਵਿਜ਼ਿਟ ਕਰ ਲਈਆਂ। ਉਹਨਾਂ ਦੇ ਵਿੱਚ ਸਾਨੂੰ 25 ਕੇਸ ਇਹੋ ਜਿਹੇ ਮਿਲੇ ਸੀ ਜਿੱਥੇ ਅੱਗ ਲੱਗੀ ਹੋਈ ਸੀ, ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲੇ ਉਹਨਾਂ ਕਿਸਾਨਾਂ ਨੂੰ ਸਮਝਾਇਆ ਵੀ ਜਾ ਰਿਹਾ ਕਿ ਅਗਲੀ ਵਾਰੀ ਜੇ ਉਹਨਾਂ ਨੂੰ ਕੋਈ ਵੀ ਸੰਦਾਂ ਦੀ ਲੋੜ ਤਾਂ ਸਾਡੇ ਕੋਲ ਆਉਣ। ਅਸੀਂ ਐਪਸ ਵੀ ਡਿਫਰੈਂਟ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਆਈਖੇਤ ਐਪ ਤਿਆਰ ਕੀਤੀ ਗਈ ਹੈ। ਜਿਹੜੇ ਕੋਆਪਰੇਟਿਵ ਸੁਸਾਇਟੀਜ਼ ਵਾਲੇ ਨੇ ਉਹਨਾਂ ਸਹਿਕਾਰੀ ਸਭਾਵਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ। ਮੈਨੂੰ ਜੀ, ਜਿਵੇਂ ਕਿ ਇੰਨੇ ਵਧੀਆ ਆਪਾਂ ਨੂੰ ਰਿਜ਼ਲਟ ਪ੍ਰਾਪਤ ਹੋ ਰਹੇ ਨੇ, ਇਹ ਸੰਭਵ ਕਿਵੇਂ ਹੋਇਆ ਜੀ? ਐਗਰੀਕਲਚਰ ਡਿਪਾਰਟਮੈਂਟ ਤੇ ਕੋਆਪਰੇਟਿਵ ਡਿਪਾਰਟਮੈਂਟ ਦੋਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਸੀ। ਐਤਕੀ ਤਿਆਰੀਆਂ ਅਸੀਂ 2-3 ਮਹੀਨੇ ਪਹਿਲਾਂ ਹੀ ਸ਼ੁਰੂ ਕਰਤੀਆਂ ਸੀਗੀਆਂ ਕੈਂਪਸ ਲਾਉਣ ਲਈ। ਡਿਫਰੈਂਟ ਪਿੰਡਾਂ ਦੇ ਵਿੱਚ ਜਾ ਕੇ, ਡਿਫਰੈਂਟ ਸੁਸਾਇਟੀਜ਼ ਦੇ ਵਿੱਚ ਜਾ ਕੇ ਕਰਮਚਾਰੀਆਂ ਵੱਲੋਂ, ਅਧਿਕਾਰੀਆਂ ਵੱਲੋਂ ਕੈਂਪਸ ਲਗਾਏ ਗਏ, ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਦੇ ਵਿੱਚ ਵੈਸੇ ਵੀ ਇਨਵਾਇਰਨਮੈਂਟ ਨੂੰ ਲੈ ਕੇ ਜਿਹੜੀ ਹੈਗੀ ਆ ਹੁਣ ਅਵੇਅਰਨੈਸ ਵੱਧ ਰਹੀ ਹੈ। ਲੋਕ ਆਪ ਵੀ ਇਨਵਾਇਰਨਮੈਂਟ ਨੂੰ ਲੈ ਕੇ ਵੱਧ ਜਾਗਰੂਕ ਨੇ ਪਹਿਲੇ ਸਮਿਆਂ ਨਾਲੋਂ। ਹੁਣ ਕਿਸਾਨਾਂ ਨੂੰ ਪਤਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਵਾਤਾਵਰਣ ਦੇ ਨਾਲ ਅਸੀਂ ਜਿਹੜੀ ਸੋਇਲ ਦੀ ਕੁਆਲਿਟੀ ਆ ਉਹਨੂੰ ਵੀ ਖਰਾਬ ਕਰਦੇ ਹਾਂ। ਮੈਡਮ ਜੀ, ਕੁਝ ਕਿਸਾਨ ਅੱਜ ਵੀ ਇਹ ਆਪਣਾ ਮੈਸੇਜ ਦਿੰਦੇ ਨੇ ਕਿ ਸਾਡੀ ਮਜਬੂਰੀ ਹੈ, ਕੁਝ ਸਗੋਂ ਉਲਟਾ ਕੰਪਲੇਂਟ ਕਰਦੇ ਨੇ। ਜਿਵੇਂ ਕਿ ਇੱਕ ਘਟਨਾ ਵੀ ਵਾਪਰੀ ਹੈ ਜੀ, ਆਪਣੇ ਮੁਲਾਜ਼ਮ ਵੀਰਾਂ ਦੇ ਨਾਲ ਥੋੜੀ ਜੀ ਮਿਸਬਿਹੇਵ ਕੀਤਾ ਹੈ ਜੀ ਕਿਸਾਨਾਂ ਵੱਲੋਂ। ਇਹ ਉਹਨਾਂ ਕਿਸਾਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਜਿਹੜੇ ਕਿਸਾਨਾਂ ਨੇ ਐਤਕੀ ਵੀ ਪਰਾਲੀ ਨੂੰ ਅੱਗ ਲਾਈ ਹੈ ਜਾਂ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਆ ਰਹੀ ਹੈ, ਅਸੀਂ ਬਾਰ-ਬਾਰ ਡਿਊਟੀਆਂ ਲਗਾਈਆਂ ਹੋਈਆਂ ਨੇ। ਬਾਰ-ਬਾਰ ਅਸੀਂ ਇਹੀ ਸੁਨੇਹਾ ਦਿੰਦੇ ਆ ਉਹਨਾਂ ਨੂੰ ਕਿ ਤੁਸੀਂ ਪਰਾਲੀ ਨੂੰ ਅੱਗ ਨਾ ਲਾਓ। ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਡੇ ਕੋਲ ਆਓ, ਅਸੀਂ ਤਾਂ ਜੋ ਸੰਭਵ ਮਦਦ ਹੋਊਗੀ ਅਸੀਂ ਉਹ ਤੁਹਾਡੀ ਕਰਾਂਗੇ। ਮੈਡਮ ਜੀ, ਪੰਜਾਬ ਸਰਕਾਰ ਵੱਲੋਂ ਕਿਵੇਂ ਆਪਣਾ ਫਰਜ਼ ਨਿਭਾਇਆ ਜਾ ਰਿਹਾ ਜੀ ਇਸ ਪੁਆਇੰਟ ਦੇ ਉੱਪਰ? ਪੰਜਾਬ ਸਰਕਾਰ ਵੱਲੋਂ ਮਸ਼ੀਨਰੀ ਜਿਹੜੀ ਉਹ ਸਬਸਿਡੀ ਦੇ ਉੱਤੇ ਪ੍ਰੋਵਾਈਡ ਕੀਤੀ ਜਾ ਰਹੀ ਹੈ। ਆਪਣੇ ਕੋਲ ਤਕਰੀਬਨ ਲੁਧਿਆਣੇ ਦੇ ਵਿੱਚ 1600 ਦੇ ਨੇੜੇ ਮਸ਼ੀਨਰੀ ਜਿਹੜੀ ਹੈ ਐਤਕੀ ਸਬਸਿਡੀ ਤੇ ਆਈ ਸੀਗੀ। ਲੋਕਾਂ ਵੱਲੋਂ ਉਹਦਾ ਭਰਪੂਰ ਫਾਇਦਾ ਲਿਆ ਗਿਆ। ਤੁਸੀਂ ਕਾਫੀ ਹੱਦ ਤੱਕ ਜਿਹੜੇ ਤੁਹਾਡਾ ਅਮਾਊਂਟ ਹੈ, ਜਿੰਨੇ ਤੁਸੀਂ ਪੈਸੇ ਸੁਪਰ ਸੀਡਰ ਤੇ ਜਾਂ ਹੈਪੀ ਸੀਡਰ ਤੇ, ਸੁਪਰ ਸੀਡਰ ਨੂੰ ਵੱਲ ਨੂੰ ਇਸ ਵਾਰੀ ਕਿਸਾਨਾਂ ਦਾ ਰੁਝਾਨ ਜਿਹੜਾ ਹੈ ਉਹ ਜ਼ਿਆਦਾ ਹੈ, ਜਿੰਨੇ ਤੁਸੀਂ ਉੱਤੇ ਸਪੈਂਡ ਕਰਦੇ ਹੋ ਉਹਦਾ ਮੈਕਸਿਮਮ ਅਮਾਊਂਟ ਜਿਹੜਾ ਉਹ ਤੁਹਾਨੂੰ ਸਬਸਿਡੀ 'ਚ ਵਾਪਸ ਆ ਜਾਂਦਾ। ਮੈਡਮ ਜੀ, ਪਰਾਲੀ ਦੇ ਜੋ ਅੱਗ ਲਾਉਂਦੇ ਜੋ ਕੇਸਿਸ ਨੇ ਉਹਨਾਂ ਦੇ ਉੱਤੇ ਵਿੱਚ ਇਹਨਾਂ ਕੰਟਰੋਲ ਆਪਾਂ ਪਾਇਆ ਹੈਗਾ, ਇਹਦੇ ਵਿੱਚ ਆਪਾਂ ਕਿੰਨਾ ਪੁਆਇੰਟਸ ਦੇ ਉੱਪਰ ਜ਼ਿਆਦਾ ਵਰਕ ਕੀਤਾ ਹੈਗਾ? ਐਕਸੀ2 ਮੈਨੇਜਮੈਂਟ ਤੇ ਐਤਕੀ ਜ਼ਿਆਦਾ ਵਰਕ ਹੋਇਆ। ਜਿਵੇਂ ਤੁਸੀਂ ਵੈਸੇ ਵੀ ਦੇਖੋਗੇ ਬੇਲਰ ਵਾਲੀਆਂ ਮਸ਼ੀਨਸ ਜਿਹੜੀਆਂ ਨੇ ਕਾਫੀ ਯੂਜ਼ ਕੀਤੀਆਂ ਨੇ ਲੋਕਾਂ ਨੇ। ਇਨ ਸੀਟੂ ਮੈਨੇਜਮੈਂਟ ਦਾ ਵੀ ਫਰਕ ਹੈਗਾ। ਸੁਪਰ ਸੀਡਰ ਪਿਛਲੇ ਸਾਲਾਂ ਨਾਲੋਂ ਵੱਧ ਨੰਬਰ ਦੇ ਵਿੱਚ ਸੁਪਰ ਸੀਡਰ ਜਿਹੜੇ ਨੇ ਉਹ ਲੋਕਾਂ ਕੋਲ ਹੈਗੇ ਨੇ। ਸੁਪਰ ਸੀਡਰ, ਹੈਪੀ ਸੀਡਰ, ਇਹ ਸਾਰੀ ਚੀਜ਼ਾਂ ਵਰਤ ਕੇ ਲੋਕਾਂ ਨੇ ਕਾਫੀ ਜ਼ਿਆਦਾ ਹੱਦ ਤੱਕ ਜਿਹੜੀ ਪੈਡੀ ਮੈਨੇਜਮੈਂਟ ਹੈ ਉਹ ਜਿਹੜੀ ਆਪਣੀ ਜ਼ਮੀਨ ਹੈ ਉਹਦੇ ਅੰਦਰ ਹੀ ਕਰ ਰਹੀ ਹੈ। ਇਨ ਸੀਟੂ ਮੈਨੇਜਮੈਂਟ ਵੀ ਕਾਫੀ ਹੈ, ਐਕਸ ਸੀਟੂ ਵੀ ਕਾਫੀ ਹੋਈ ਹੈ ਇਸ ਵਾਰ। ਇਹ ਸਾਰਾ ਜਿਹੜਾ ਇਹਦਾ ਕ੍ਰੈਡਿਟ ਹੈ ਉਹ ਆਪਣੇ ਐਗਰੀਕਲਚਰ ਡਿਪਾਰਟਮੈਂਟ ਦੇ ਮੁਲਾਜ਼ਮਾਂ ਨੂੰ ਵੀ ਤੇ ਆਪਣੇ ਕੋਆਪਰੇਟਿਵ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਜਾ ਕੇ ਲੋਕਾਂ ਨੂੰ ਪਿੰਡ ਜਾ ਕੇ ਜਾਗਰੂਕ ਕੀਤਾ। ਮੈਮ ਜੀ, ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਅਧਿਕਾਰੀਆਂ ਵੱਲੋਂ ਵਧੀਆ ਆਪਣਾ ਕਰਮ ਨਿਭਾਇਆ ਗਿਆ ਜੀ, ਉਹਨਾਂ ਨੂੰ ਸ਼ਾਬਾਸ਼ ਦੇ ਰੂਪ ਦੇ ਵਿੱਚ ਕਿਵੇਂ ਕਿਹਾ ਗਿਆ ਜੀ? ਇਹ ਸਾਡਾ ਫਰਜ਼ ਹੈ, ਡਿਊਟੀ ਨਿਭਾਉਣੀ ਜਿਹੜੀ ਹੈ ਪੰਜਾਬ ਸਰਕਾਰ ਦੀ ਮੇਨ ਪ੍ਰਾਇੋਰਟੀ ਹੈ ਤੇ ਜਿੰਨੇ ਅਸੀਂ ਅਧਿਕਾਰੀ ਹੈ, ਕਰਮਚਾਰੀ ਹੈ, ਸਾਡਾ ਫਰਜ਼ ਹੈ ਕਿ ਅਸੀਂ ਇਹਨੂੰ ਕਰੀਏ। ਮੈਮ ਜੀ, ਲਾਸਟ ਸਵਾਲ ਹੈ ਜੀ, ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ? ਇਹੀ ਮੈਸੇਜ ਹੈ ਜੀ, ਤੁਸੀਂ ਕਿਰਪਾ ਕਰਕੇ ਪਰਾਲੀ ਨੂੰ ਅੱਗ ਨਾ ਲਾਓ। ਜੇਕਰ ਤੁਹਾਨੂੰ ਕੋਈ ਵੀ ਦਿੱਕਤ ਫੇਸ ਕਰਦੇ ਹੋ ਤੁਸੀਂ ਕਿ ਤੁਹਾਡੇ ਕੋਲ ਸੰਦ ਨਹੀਂ ਹੈਗੇ ਜਾਂ ਤੁਹਾਨੂੰ ਹੋਰ ਕੋਈ ਵੀ ਪਰੇਸ਼ਾਨੀ ਆ ਰਹੀ ਹੈ, ਤੁਸੀਂ ਚਾਹੇ ਇਸ ਦਫ਼ਤਰ ਨਾਲ ਕੋਆਰਡੀਨੇਟ ਕਰ ਲਓ, ਚਾਹੇ BDPO ਦਫ਼ਤਰ ਨਾਲ ਕੋਆਰਡੀਨੇਟ ਕਰ ਲਓ, ਚਾਹੇ ਐਗਰੀਕਲਚਰ ਅਫਸਰਾਂ ਨਾਲ ਕੋਆਰਡੀਨੇਟ ਕਰ ਲਓ। ਹਰੇਕ ਡਿਪਾਰਟਮੈਂਟ ਨੂੰ ਇੰਸਟਰਕਸ਼ਨਸ ਜਾਰੀ ਕੀਤੀਆਂ ਹੋਈਆਂ ਨੇ ਕਿ ਉਹ ਤੁਹਾਡੀ ਹਰ ਸੰਭਵ ਮਦਦ ਕਰਨਗੇ। ਤੁਹਾਨੂੰ ਕੋਈ ਟੈਕਨੀਕਲ ਐਕਸਪਰਟੀਜ਼ ਦੀ ਲੋੜ ਹੈ, ਉਹ ਵੀ ਤੁਹਾਨੂੰ ਐਗਰੀਕਲਚਰ ਡਿਪਾਰਟਮੈਂਟ ਤੋਂ ਦਵਾਈ ਜਾਊਗੀ।
ਮੈਡਮ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਜਿਵੇਂ ਕਿ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਜੀ ਕਿਸਾਨ ਵੀਰਾਂ ਵੱਲੋਂ, ਇਸ ਸੰਬੰਧੀ ਮੈਟਰ ਦੇ ਬਾਰੇ ਤੁਹਾਡੇ ਕੀਮਤੀ ਵਿਚਾਰ ਲੈਣਾ ਚਾਹੁੰਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਰ ਦੇਖੋ, ਸਾਰੇ ਅਸੀਂ ਆਪਣੇ ਸਮਾਜ ਦੇ ਲਈ ਰਿਸਪੌਂਸੀਬਲ ਹੈਗੇ ਆ। ਦੇਖੋ, ਕਿਸਾਨ ਵੀਰਾਂ ਦਾ ਵੀ ਆਪਣੇ ਸਮਾਜ ਦੇ ਲਈ ਬਹੁਤ ਵਧੀਆ ਯੋਗਦਾਨ ਹੈ। ਅੱਜ ਮੈਂ ਇਸੇ ਚੀਜ਼ ਤੇ ਅੱਜ ਗੱਲ ਕਰਨਾ ਚਾਹੁੰਦੀ ਹਾਂ ਕਿ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਸਾਨੂੰ ਹੈਲਥ ਇਸ਼ੂ, ਇਨਵਾਇਰਮੈਂਟਲ ਇਸ਼ੂ ਬਹੁਤ ਆ ਰਹੇ ਨੇ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦੇ ਲਈ ਉਪਰਾਲਾ ਕਰਨਾ ਚਾਹੀਦਾ, ਤਾਂ ਜਾ ਕੇ ਅਸੀਂ ਇਸ ਜਿਹੜੀ ਸਮੱਸਿਆ ਦਾ ਅਸੀਂ ਹੱਲ ਲੱਭ ਸਕਦੇ ਹਾਂ। ਮੈਡਮ ਜੀ ਥੋੜ੍ਹਾ ਜਿਹਾ ਹੋਰ ਇਹਦੇ ਬਾਰੇ ਚਾਨਣਾ ਪਾਓ, ਮਸਲੇ ਬਾਰੇ, ਇਹਦੇ ਨੁਕਸਾਨ ਕਿਵੇਂ ਕਿਵੇਂ ਸਾਹਮਣੇ ਆਉਂਦੇ ਨੇ ਜੀ। ਦੇਖੋ ਸਰ, ਜਿਵੇਂ ਰੀਸੈਂਟਲੀ ਸਾਰੀ ਬਹੁਤ ਜ਼ਿਆਦਾ ਅੱਗ ਲੱਗਣ ਦੇ ਨਾਲ ਇੱਕ ਤਾਂ ਇਨਵਾਇਰਮੈਂਟਲ ਪੋਲਿਊਸ਼ਨ ਹੋ ਰਿਹਾ ਹੈ, ਸਾਹ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਹੋਰ ਵੀ ਬਹੁਤ ਜ਼ਿਆਦਾ ਜੀਵ ਨੇ ਜਿਹੜੇ ਉਹ ਜਲ ਜਾਂਦੇ ਨੇ, ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹ ਖਤਮ ਹੋ ਜਾਂਦੀ ਹੈ। ਠੀਕ ਹੈ, ਐਕਸੀਡੈਂਟਲ ਕੇਸ ਵੱਧ ਜਾਂਦੇ ਨੇ, ਜਿਹੜੇ ਪਲਾਂਟਸ ਨੇ ਰੋਡਾਂ ਦੇ ਨਾਲ ਨੇ, ਹੋਰ ਨੇ, ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ। ਮੈਡਮ ਜੀ ਕਿਸਾਨਾਂ ਦੀ ਆਖਰ ਕਿਹੜੀ ਐਸੀ ਮਜਬੂਰੀ ਹੈ ਕਿ ਕਿਸਾਨ ਵੀਰ ਨੇ ਇਹ ਜੋ ਸੋਲਿਊਸ਼ਨ ਦਾ ਹੱਲ ਕਰਨ ਦੇ ਵਿੱਚ ਪੰਜਾਬ ਸਰਕਾਰ ਦੀ ਮਦਦ ਨਹੀਂ ਕਰਦੇ ਹੈਗੇ, ਆਪਣਾ ਫਰਜ਼ ਸਹੀ ਨਹੀਂ ਨਿਭਾਉਂਦੇ ਹੈਗੇ ਔਰ ਕਾਨੂੰਨ ਦੀ ਉਲੰਘਣਾ ਕਰਦੇ ਨੇ। ਦੇਖੋ ਸਰ, ਪਹਿਲਾਂ ਤਾਂ ਕਿਸਾਨ ਵੀਰਾਂ ਦੀ ਵੀ ਜ਼ਿਆਦਾ ਮਿਸਟੇਕ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਉਧਰ ਗੇਲ ਖਤਮ ਹੋ ਰਹੀ ਹੁੰਦੀ ਹੈ। ਦੂਸਰਾ, ਸਾਡੀ ਗਵਰਨਮੈਂਟ ਨੂੰ ਇਸ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ। ਇਹਨਾਂ ਨੂੰ ਸਰ ਬਾਇਓ ਪਲਾਂਟਸ ਲੈ ਕੇ ਆਉਣੇ ਚਾਹੀਦੇ ਨੇ। ਇੱਕ ਅੱਧੀ ਮਸ਼ੀਨ ਹੈ ਬਾਹਰੋਂ ਜਰਮਨ ਤੋਂ ਲੈਣ, ਬਾਅਦ 'ਚ ਇੰਨੇ ਅੱਛੇ ਇੰਜੀਨੀਅਰ ਸਾਡੇ ਇੱਥੇ ਨੇ, ਇੰਡੀਆ ਦੇ ਵਿੱਚ ਨੇ, ਜਿਹੜੇ ਅਮਰੀਕਾ 'ਚ ਜਾ ਕੇ ਕੰਮ ਕਰਦੇ ਨੇ। ਕੀ ਅਸੀਂ ਨਹੀਂ ਬਣਾ ਸਕਦੇ ਉਹ ਮਸ਼ੀਨਾਂ? ਸਾਡੇ ਇੰਨੇ ਬੱਚੇ ਬੇਰੁਜ਼ਗਾਰ ਨੇ, ਉਹਨਾਂ ਨੂੰ ਅਸੀਂ ਵਰਕ ਦੇ ਸਕਦੇ ਹਾਂ, ਉਹਨਾਂ ਨੂੰ ਰੁਜ਼ਗਾਰ ਦੇ ਸਕਦੇ ਹਾਂ, ਤਾਂ ਕਿ ਅਸੀਂ ਕਿਸਾਨਾਂ ਦੀ ਵੀ ਮਦਦ ਕਰ ਸਕਦੇ ਹਾਂ। ਕਿਸਾਨਾਂ ਨੂੰ ਕੁਛ ਨਾ ਕੁਛ ਅਸੀਂ ਪੇਮੈਂਟ ਦਈਏ, ਤਾਂ ਕਿ ਉਸ ਦਾ ਵੀ ਇਹਨਾਂ 'ਤੇ ਬੈਨੀਫਿਟ ਹੋਵੇ, ਉਹਨਾਂ ਨੂੰ ਪ੍ਰੋਫਿਟ ਦੇ ਲਈ ਉਹ ਕੰਮ ਕਰਨ, ਉਹਨਾਂ ਨੂੰ ਜਾ ਕੇ ਨੇੜੇ ਤੋਂ ਸਮਝਾਇਆ ਜਾ ਸਕੇ। ਠੀਕ ਹੈ ਸਰ, ਉਹਦਾ ਟਾਈਮ ਦੇ ਲਈ ਐਵੇਂ ਦੀਆਂ ਮਸ਼ੀਨਾਂ ਸਾਨੂੰ ਤਿਆਰ ਕੀਤੀਆਂ ਜਾ ਸਕਣ, ਤਾਂ ਕਿ ਸਰ ਅਸੀਂ ਜਲਦੀ ਤੋਂ ਜਲਦੀ ਇਸ ਸੋਲਿਊਸ਼ਨ ਨੂੰ ਜਲਦੀ ਸਰ ਗੈਟਅਪ ਕਰ ਸਕੀਏ। ਮੈਡਮ ਜੀ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਜਾਂਦੇ ਨੇ ਜੀ, ਤੇ ਇਹਨਾਂ ਇੰਤਜ਼ਾਮਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸਰ, ਪਹਿਲੀ ਗੱਲ ਤਾਂ ਜੇਕਰ ਇੰਤਜ਼ਾਮ ਇੰਨੇ ਅੱਛੇ ਕੀਤੇ ਜਾਣ ਤਾਂ ਗਰਾਊਂਡ ਲੈਵਲ ਤੇ ਸਾਨੂੰ ਦਿਖਣੇ ਚਾਹੀਦੇ ਨੇ। ਇਸ ਤੋਂ ਵੀ ਅੱਛੇ ਅਸੀਂ ਰਿਜ਼ਲਟ ਦੇ ਸਕਦੇ ਹਾਂ, ਲੇਕਿਨ ਉਸ ਨੂੰ ਸਾਨੂੰ ਵਾਚ ਆਊਟ ਕਰਨਾ ਚਾਹੀਦਾ ਹੈ। ਸਾਨੂੰ ਗਰਾਊਂਡ ਲੈਵਲ ਤੇ ਦੇਖਣਾ ਚਾਹੀਦਾ ਕਿ ਕਿਸਾਨਾਂ ਦੀ ਕੀ ਮੁਸ਼ਕਲਾਂ ਨੇ, ਉਹਨਾਂ ਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾ ਸਕਦਾ, ਕਿਸਾਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾ ਸਕੇ, ਤਾਂ ਕਿ ਉਸ ਦਾ ਰੀਯੂਜ਼ ਕੀਤਾ ਜਾਵੇ ਪਰਾਲੀ ਦਾ। ਸਰ ਉਹਦੇ ਅਸੀਂ ਬਹੁਤ ਹੀ ਜ਼ਿਆਦਾ ਸਰ ਪ੍ਰੋਡਕਟ ਲੈ ਕੇ ਆ ਸਕਦੇ ਹਾਂ। ਠੀਕ ਹੈ, ਬਿਜਲੀ ਬਣਾ ਸਕਦੇ ਹਾਂ, ਹੋਰ ਵੀ ਅਸੀਂ ਕਿੰਨੀ ਅੱਛੀ ਚੀਜ਼ਾਂ ਕਰ ਸਕਦੇ ਹਾਂ। ਇਸ ਦੇ ਉੱਤੇ ਸਰਕਾਰ ਨੂੰ ਕੰਮ ਅੱਛੇ ਤਰੀਕੇ ਨਾਲ ਕਰਨਾ ਚਾਹੀਦਾ ਹੈ। ਮੈਡਮ ਜੀ ਅਧਿਕਾਰੀਆਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਇੰਪਰੂਵਮੈਂਟ ਦੇਖਣ ਦੇ ਵਿੱਚ ਆ ਰਹੀ ਹੈ ਜੀ। ਪਰਾਲੀ ਨੂੰ ਬਹੁਤ ਸਾਰੇ ਕਿਸਾਨ ਵੀਰਾਂ ਵੱਲੋਂ ਅੱਗ ਨਹੀਂ ਲਗਾਈ ਜਾ ਰਹੀ, ਔਰ ਜੋ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਅਨੁਸਾਰ ਪਰਾਲੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਜੀ ਸਰ, ਵੈਸੇ ਜੇ ਦੇਖਿਆ ਜਾਵੇ ਤਾਂ ਬਹੁਤ ਘੱਟ ਇੰਪਰੂਵਮੈਂਟ ਹੋਈ ਹੈ, ਜ਼ਿਆਦਾ ਨਹੀਂ ਆਪਾਂ ਕਹਿ ਸਕਦੇ, ਹੋਈ ਹੈ 20% ਤੱਕ ਹੋਈ ਹੈ। ਲੇਕਿਨ ਸਰ ਪੰਜਾਬ ਸਰਕਾਰ ਦੇ ਜੋ ਗਾਈਡਲਾਈਨਸ ਆਈਆਂ ਨੇ, ਸੀਐਮ ਸਾਹਿਬ ਨੇ ਕਿਹਾ ਹੈ ਕਿ ਕੋਈ ਪਰਚਾ ਨਹੀਂ ਹੋਏਗਾ, ਤੇ ਲੇਕਿਨ ਉਸੀ ਸਾਈਡ ਕਹਿ ਰਹੇ ਨੇ, ਅਧਿਕਾਰੀਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਐਕਸ਼ਨ ਲਓ, ਲੇਕਿਨ ਕਿਸਾਨਾਂ ਨੂੰ ਕਹਿ ਰਹੇ ਕਿ ਤੁਹਾਡੇ ਤੋਂ ਕੋਈ ਐਕਸ਼ਨ ਨਹੀਂ ਹੋਏਗਾ। ਲੇਕਿਨ ਇਹ ਡਬਲ ਫੇਸ ਗੇਮ ਖੇਡੀ ਜਾ ਰਹੀ ਹੈ। ਇਸ ਤਰ੍ਹਾਂ ਸਰ ਸੋਲਿਊਸ਼ਨ ਨਹੀਂ ਮਿਲਣਾ। ਇਹਦੇ ਲਈ ਕੀ ਕਰਨਾ ਪਏਗਾ, ਕਿਸਾਨਾਂ ਨੂੰ ਤੇ ਅਧਿਕਾਰੀਆਂ ਨੂੰ ਇਕੱਠੇ ਬਿਠਾ ਕੇ ਇਸ ਚੀਜ਼ ਦਾ ਇੱਕ ਡੀਪਲੀ ਜਾ ਕੇ ਸਰ ਸੋਲਿਊਸ਼ਨ ਲੱਭਣਾ ਪਏਗਾ ਕਿ ਇਸ ਚੀਜ਼ ਨੂੰ ਆਪਾਂ ਕਿਵੇਂ ਰੋਕ ਸਕਦੇ ਹਾਂ। ਇਹ ਨਹੀਂ ਹੈ ਕਿ ਕਿਉਂਕਿ ਅਧਿਕਾਰੀ ਬੜੇ ਪਰੇਸ਼ਾਨ ਨੇ, ਸਰਕਾਰ ਉਹਨਾਂ ਨੂੰ ਤਾਂ ਕਹਿ ਰਹੀ ਹੈ ਕਿ ਤੁਸੀਂ ਐਕਸ਼ਨ ਲਓ, ਲੇਕਿਨ ਕਿਵੇਂ ਲੈਣਗੇ ਜੀ। ਮੈਡਮ ਜੀ ਤੁਹਾਡੇ ਕਹਿਣ ਦਾ ਮਤਲਬ ਕਿ ਕਿਸਾਨਾਂ ਦੇ ਉੱਪਰ ਸਖਤਾਈ ਕੀਤੀ ਜਾਣੀ ਚਾਹੀਦੀ ਹੈ ਜੀ ਇਸ ਮੈਟਰ ਨੂੰ ਲੈ ਕੇ ਜੀ? ਬਿਲਕੁਲ ਨਹੀਂ ਜੀ, ਇਹਦੇ ਤੇ ਸਰ ਸਰਕਾਰ ਨੂੰ ਚਾਹੀਦਾ ਕਿ ਐਵੇਂ ਦੀ ਮਸ਼ੀਨਰੀ ਸਾਨੂੰ ਲੈ ਕੇ ਆਉਣੀ ਚਾਹੀਦੀ, ਟੈਕਨੋਲੋਜੀ ਲੈ ਕੇ ਜਾਣੀ ਚਾਹੀਦੀ ਹੈ, ਜਿਹਦੇ ਨਾਲ ਕਿ ਕਿਸਾਨਾਂ ਦਾ ਜਿਹੜਾ ਟਾਈਮ ਸੇਵ ਹੋ ਜਾਵੇ। ਅਗਰ ਕਿਸਾਨ ਅਫੋਰਡ ਨਹੀਂ ਕਰ ਪਾ ਰਹੇ ਤਾਂ ਸਰਕਾਰ ਨੂੰ ਸਰਕਾਰੀ ਖਰਚੇ ਦੇ ਵਿੱਚੋਂ ਮਸ਼ੀਨਾਂ ਲਿਆਂਦੀਆਂ ਜਾਣ, ਤਾਂ ਕਿ ਸੁਸਾਇਟੀਜ਼ ਉਹਨਾਂ ਕਿਸਾਨਾਂ ਨੂੰ ਪ੍ਰੋਵਾਈਡ ਕਰਨ, ਟਰਨ ਬਾਈ ਟਰਨ ਦੇ ਕੇ। ਉਹ ਟਾਈਮ ਦੀ ਸੇਵਿੰਗ ਵੀ ਹੋ ਜਾਏਗੀ, ਮਨੀ ਸੇਵਿੰਗ ਵੀ ਹੋ ਜਾਏਗੀ, ਲੇਕਿਨ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈ ਸਕਦੇ। ਸਰ ਇਹ ਚੀਜ਼ ਬਿਲਕੁਲ ਗਲਤ ਆ। ਮੈਡਮ ਜੀ ਹੋਰ ਕਿਹੜੇ ਐਸੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਪਰ ਵਿਸ਼ੇਸ਼ ਧਿਆਨ ਦੇਣ ਦੇ ਨਾਲ ਪਰਾਲੀ ਨੂੰ ਅੱਗ ਲਾਉਣ ਦਾ ਜੋ ਰੁਝਾਨ ਹੈ ਕਿਸਾਨ ਵੀਰਾਂ ਦਾ, ਇਹਨੂੰ ਆਪਾਂ ਘਟਾਇਆ ਜਾ ਸਕਦਾ ਜੀ? ਦੇਖੋ, ਫਸਟਲੀ ਤਾਂ ਸਰ ਅਵੇਅਰਨੈਸ ਹੈ। ਸਾਨੂੰ ਕਿਸਾਨਾਂ ਨੂੰ ਅਵੇਅਰਨੈਸ ਦੇ ਲਈ ਸਰ ਐਫਰਟਸ ਕਰਨੇ ਪੈਣਗੇ, ਸਰਕਾਰ ਨੂੰ ਕਰਨੇ ਪੈਣਗੇ। ਦੂਸਰਾ ਸਰ ਇਹਨਾਂ ਨੂੰ ਨਿਊ ਭਰਤੀ ਕਰਨੀ ਪਏਗੀ। ਦੇਖੋ, ਖੇਤੀਬਾੜੀ ਮਹਿਕਮੇ ਦੇ ਵਿੱਚ ਸਰ ਉਹਨਾਂ ਨੇ ਅਧਿਕਾਰੀ ਘੱਟ ਨੇ, ਉਹਨਾਂ ਨੂੰ ਚਾਰਜ ਜ਼ਿਆਦਾ ਦਿੱਤੇ ਜਾਂਦੇ ਨੇ, ਏਰੀਆ ਜ਼ਿਆਦਾ ਦਿੱਤਾ ਜਾਂਦਾ, ਤੇ ਇਸ ਕਰਕੇ ਸਰ ਉਹ ਟੈਕਲ ਹੀ ਨਹੀਂ ਕਰ ਪਾਉਂਦੇ ਕਿ ਕਿਸ ਤਰ੍ਹਾਂ ਉਹ ਮੈਨੇਜ ਕਰ ਪਾਉਣ। ਜਿਵੇਂ ਕਿ ਸਰ ਆਪਾਂ ਦੇਖਦੇ ਨਾਲ ਦੇ ਪਿੰਡਾਂ 'ਚ ਸੁਸਾਇਟੀ ਦੇ ਵਿੱਚ ਸਰ ਵਰਕਰ ਹੀ ਨਹੀਂ ਹੈ, ਇੱਕ ਸੁਸਾਇਟੀ ਦਾ ਇੱਕ ਵਰਕਰ ਹੈ, ਲੇਕਿਨ ਉਹਨੂੰ 4 ਸੁਸਾਇਟੀਜ਼ ਦੇ ਸਰ ਚਾਰਜ ਦਿੱਤੇ ਜਾਂਦੇ ਨੇ। ਸਰ ਉੱਥੇ ਮਸ਼ੀਨਾਂ ਤਾਂ ਹੈ, ਲੇਕਿਨ ਉਹਦੀ ਰਿਪੇਅਰ ਹੀ ਨਹੀਂ ਹੈ,
ਸਰ ਉਹਨਾਂ ਦੀ ਮਸ਼ੀਨਰੀ ਲਿਆਉਣ ਵਾਸਤੇ ਸਰ ਇਹਨਾਂ ਨੂੰ ਹੋਰ ਜ਼ਿਆਦਾ ਧਿਆਨ ਦੇਣਾ ਚਾਹੀਦਾ। ਉੱਥੇ ਹੋਰ ਵੀ ਜ਼ਿਆਦਾ ਅਸੀਂ ਵਧੀਆ ਤਰੀਕੇ ਨਾਲ ਗਰਾਊਂਡ ਲੈਵਲ ਤੇ ਆ ਕੇ ਸਰ ਆਪਾਂ ਵਧੀਆ ਤਰੀਕੇ ਨਾਲ ਇਸ ਮੁਸ਼ਕਲ ਨੂੰ ਹੱਲ ਕਰ ਸਕਦੇ ਹਾਂ। ਮੈਡਮ ਜੀ, ਲਾਸਟ ਦੇ ਵਿੱਚ ਤੁਸੀਂ ਇਸ ਮੈਟਰ ਦਾ ਜੋ ਮਸਲਾ ਹੈਗਾ, ਪਰਾਲੀ ਨੂੰ ਅੱਗ ਲਾਉਣ ਦਾ ਜੋ ਰੁਝਾਨ ਹੈ ਜੀ ਕਿਸਾਨ ਵੀਰਾਂ ਦਾ, ਇਹਦਾ ਤੁਸੀਂ ਫਿਊਚਰ ਕੀ ਦੇਖਦੇ ਹੋ ਔਰ ਤੁਸੀਂ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਸਰ, ਫਿਊਚਰ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਲਈ ਸਾਰਾ ਇਹਦੇ ਕੋਜ਼ ਹੀ ਨੇ, ਪੋਜ਼ਿਟਿਵ ਤਾਂ ਕੁਝ ਨਹੀਂ ਹੈ। ਬਸ ਮੈਸੇਜ ਮੇਰਾ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਦੇਖੋ ਸਾਡਾ ਆਪਣਾ ਇਨਵਾਇਰਨਮੈਂਟ ਆ, ਅਸੀਂ ਕਿਸੇ ਹੋਰ ਲਈ ਨਹੀਂ, ਸਾਡੇ ਬੱਚਿਆਂ ਲਈ, ਸਾਡੀ ਆਉਣ ਵਾਲੀ ਜਨਰੇਸ਼ਨ ਲਈ ਤੇ ਸਾਡੇ ਲਈ ਇਹ ਨਾ ਸਰ ਹਾਰਮਫੁਲ ਹੋ ਸਕਦਾ। ਸਾਡੀ ਆਪਣੀ ਸਰਕਾਰ ਤੇ ਸਾਡਾ ਪ੍ਰਸ਼ਾਸਨ ਤੇ ਸਾਡੇ ਕਿਸਾਨ ਵੀਰ ਸਾਰੇ ਮਿਲ ਕੇ ਅਗਰ ਅਸੀਂ ਸਰ ਸਹਿਯੋਗ ਦਈਏ ਤਾਂ ਕੋਈ ਵੀ ਚੀਜ਼, ਦੁਨੀਆ ਦਾ ਕੋਈ ਵੀ ਐਵੇਂ ਦਾ ਮਸਲਾ ਨਹੀਂ ਹੈ ਕਿ ਜਿਹਦੇ ਅਸੀਂ ਸਰ ਨਤੀਜੇ ਅੱਛੇ ਨਾ ਲੈ ਕੇ ਆ ਸਕੀਏ। ਸੋ ਮੇਰੀ ਇਹੀ ਬੇਨਤੀ ਹੈ ਕਿ ਸਾਰੇ ਅਸੀਂ ਇਸ ਚੀਜ਼ ਨੂੰ ਮਿਲ ਕੇ ਸੋਲਵ ਕਰ ਪਾਈਏ। ਮੈਡਮ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਕਿਰਪਾਲ ਸਿੰਘ ਜੀ, ਇੱਕ ਤੁਹਾਡੇ ਤੋਂ ਬਹੁਤ ਗੰਭੀਰ ਮਸਲੇ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ, ਜੋ ਹਰੇਕ ਸਾਲ ਕਿਸਾਨਾਂ ਦੇ ਲਈ ਬਹੁਤ ਵੱਡੀ ਇੱਕ ਸਿਰਦਰਦੀ ਬਣ ਕੇ ਸਾਹਮਣੇ ਆਉਂਦਾ ਹੈ। ਕਿਸਾਨਾਂ ਵੱਲੋਂ ਮਜਬੂਰੀ ਵਸ ਜੋ ਪਰਾਲੀ ਦੀ ਜੋ ਝੋਨੇ ਦੀ ਰਹਿੰਦ ਖੂੰਹਦ ਹੁੰਦੀ ਹੈ ਪਰਾਲੀ, ਉਸ ਨੂੰ ਅੱਗ ਲਾਉਣ ਲਈ ਮਜਬੂਰ ਹੋਇਆ ਜਾਂਦਾ ਹੈ। ਤੁਸੀਂ ਇਹਦਾ ਰੀਜ਼ਨ ਕੀ ਸਮਝਦੇ? ਅਸੀਂ ਇਹਦਾ ਰੀਜ਼ਨ ਇਹ ਸਮਝਦੇ, ਇਹ ਤਾਂ ਗੌਰਮੈਂਟ ਸਾਨੂੰ ਮਸ਼ੀਨਾਂ ਦੇ ਦੇਵੇ, ਗੱਠਾਂ ਬੰਨ੍ਹਣ ਵਾਲੇ ਮਸ਼ੀਨਾਂ ਆ ਜਾਣ ਤੇ ਸਾਨੂੰ ਅੱਗ ਲਾਉਣ ਦੀ ਕੋਈ ਲੋੜ ਨਹੀਂ ਪੈਂਦੀ। ਜੇ ਅਸੀਂ ਅੱਗ ਲਾਉਂਦੇ ਵੀ ਆ ਪੂਰੀ ਮਜਬੂਰੀ ਹੋ ਕੇ ਲਾਉਂਦੇ ਆ, ਫਿਰ ਮਤਲਬ ਜਿਹੜੀ ਉਤਲੀ ਮਸ਼ੀਨ ਦੀ ਵੱਡੀ ਬੈਠੀ ਆ ਉਹਨੂੰ ਲਾਉਂਦੇ ਆ, ਬਾਕੀ ਮਾਲ ਅਸੀਂ ਵਿੱਚੇ ਵੱਢ ਦਿੰਦੇ ਆ। ਸਰਕਾਰ ਵੱਲੋਂ ਤਾਂ ਬਹੁਤ ਮਸ਼ੀਨਾਂ ਭੇਜੀਆਂ ਜਾਂਦੀਆਂ ਨੇ ਜੀ, ਉਹਨਿਆਂ ਦੀ ਹਜੇ ਆ ਰਹੀਆਂ ਜਿੰਨਿਆਂ ਦੀ ਆਪਾਂ ਨੂੰ ਲੋੜ ਆ। ਇਹ ਸਰਕਾਰ ਵੱਲੋਂ ਗਰਾਊਂਡ ਰਿਐਲਿਟੀ ਪਤਾ ਕੀਤੀ ਜਾਂਦੀ ਹੈ ਜੀ ਕਿਸਾਨਾਂ ਦੇ ਵਿੱਚ ਆ ਕੇ? ਇਹ ਜੇ ਗੌਰਮੈਂਟ ਖਿਆਲ ਕਰੇ ਤਾਂ ਇੱਕ ਪਿੰਡ ਦੇ ਵਿੱਚ 5-5 7-7 ਮਸ਼ੀਨਾਂ ਹੋਣ, ਇਹ ਕਿੱਲਤ ਆਵੇ ਨਾ, ਕੋਈ ਅੱਗੇ ਹੀ ਨਾ ਲਾਵੇ। ਦੂਆ ਨੰਬਰ, ਹੁਣ ਮਸ਼ੀਨਾਂ ਘੱਟਦੇ, ਗੱਠਾਂ ਬਣਾ ਜਾਂਦੇ ਨੇ, 10-10 ਦਿਨ ਚੱਕਣ ਨਹੀਂ ਆਉਂਦੇ, ਜਾਨੂੰ ਖੱਤੇ ਚੁੱਕ ਜਾਂਦੇ ਨੇ। ਸਰਦਾਰ ਕਿਰਪਾਲ ਸਿੰਘ ਜੀ, ਆਪਾਂ ਦਾਅਵੇ ਨਾਲ ਕਿਵੇਂ ਕਹਿ ਸਕਦੇ ਹਾਂ ਗੱਲ ਵੀ ਮਸ਼ੀਨਾਂ ਵਾਕਈ ਘੱਟ ਨੇ? ਇਹ ਵੀ ਹੋ ਸਕਦਾ ਵੀ ਮਸ਼ੀਨਾਂ ਪੂਰੀਆਂ ਹੋਣ, ਕੋਈ ਵਜ੍ਹਾ ਹੋਰ ਹੋਵੇ ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਤਾਂ ਫਿਰ ਇਹੀ ਆ, ਬੰਦਾ ਉਹ ਅੱਗ ਲਾਊਗਾ, ਜਿਹੜੀ ਮਹਿੰਗੀ ਬੱਠੀ ਜਿਹੜੀ ਦੂਆ ਮਾਰ ਆ ਉਹ ਵਿੱਚੇ ਦੱਬ ਵੱਢ ਦਿੰਦਾ। ਇਹ ਜੋ ਮਸ਼ੀਨਾਂ ਦੀ ਕਿੱਲਤ ਹੈ ਜੀ, ਇਹ ਕਿੰਨੇ ਸਮੇਂ ਤੋਂ ਆ ਰਹੀ ਹੈ ਜੀ? ਇਹ ਤਾਂ ਹੁਣ ਤੋਂ ਜਦ ਤੋਂ ਆਪਾਂ ਜੀਰੀਆਂ ਲਾਉਂਦੇ ਜਦ ਤੋਂ ਹੀ ਆ ਰਹੀ ਆ। ਤਾਂ ਹੁਣ ਮਸ਼ੀਨਾਂ ਆਈਆਂ ਨੇ 2 ਸਾਲ ਦੀਆਂ, ਉਹ ਵੀ ਮਾੜੀਆਂ ਮੋਟੀਆਂ। ਜੇ ਆਪਣਾ ਸਰਕਾਰ ਇਹਨਾਂ ਨੂੰ ਸਬਸਿਡੀ ਦੇਵੇ, ਮਤਲਬ ਮਸ਼ੀਨਾਂ ਵੱਧ ਹੋ ਜਾਣਗੀਆਂ, ਫਿਰ ਕਿੱਲਤ ਨਹੀਂ ਕੋਈ ਆਉਂਦੀ, ਫਿਰ ਕੋਈ ਇਹਨੇ ਅੱਗੇ ਨਹੀਂ ਲਾਉਣੀ। ਸਰਦਾਰ ਜੀ, ਸਬਸਿਡੀ ਦਿੱਤੀ ਜਾਂਦੀ ਹੈ ਜੀ ਸਰਕਾਰ ਵੱਲੋਂ? ਕਹਿੰਦੇ ਤਾਂ ਹੈਗੇ, ਹਲੇ ਹੁਣ ਇਹ ਨਹੀਂ ਪਤਾ ਦਿੰਦੇ ਕਿ ਨਹੀਂ, ਮਤਲਬ ਸਬਸਿਡੀ ਆਉਂਦੀ, ਪਰ ਉਹ ਸੁਣਦੇ ਆ ਕਹਿੰਦੇ ਆਉਂਦੀ ਆ। ਅਗਰ ਸਬਸਿਡੀ ਸਰਦਾਰ ਜੀ ਆਉਂਦੀ ਹੈ ਤਾਂ ਫਿਰ ਵੀ ਮਸ਼ੀਨਾਂ ਦੀ ਕਿੱਲਤ ਹੈ, ਇਹ ਕਿੰਨਾ ਸਮਾਂ ਹੋਰ ਇਸੇ ਤਰ੍ਹਾਂ ਸਥਿਤੀ ਬਣੀ ਰਹੇਗੀ? ਇਹ ਜਿਹੜਾ ਹੁਣ ਗੌਰਮੈਂਟ ਖਿਆਲ ਕਰੇ, ਇਹ 2 ਸਾਲਾਂ 'ਚ ਵੀ ਪੂਰੀ ਹੋ ਸਕਦੀ ਆ, ਸਾਲ 'ਚ ਵੀ ਪੂਰੀ ਹੋ ਸਕਦੀ ਆ। ਇਹ ਮਸ਼ੀਨਾਂ ਇੱਕ ਪਿੰਡ ਨੂੰ 2-2 3-3 4-4 ਭੇਜੀਆਂ ਜਾਣ, ਮਤਲਬ ਕਿੱਲਤ ਦੂਰ ਹੋ ਜਾ, ਅੱਗੋਂ ਕੋਈ ਲਾਊਗਾ ਨਹੀਂ। ਸਰਦਾਰ ਜੀ, ਜੋ ਗੌਰਮੈਂਟ ਨੂੰ ਕਿਵੇਂ ਆਪਣਾ ਫਰਜ਼ ਹੁਣ ਨਿਭਾਉਣਾ ਚਾਹੀਦਾ, ਕਿਵੇਂ ਗਰਾਊਂਡ ਰਿਐਲਿਟੀ ਕਿਵੇਂ ਕੀ ਪਤਾ ਕੀਤੀ ਜਾ ਸਕਦੀ ਹੈ? ਇਹ ਜਿਹੜਾ ਮਹਿਕਮਾ ਆਪਾਂ ਨੂੰ ਅੱਗ ਤੋਂ ਰੋਕਦਾ, ਉਹ ਆ ਕੇ ਜ਼ਿਮੀਂਦਾਰਾਂ ਦੇ ਨਾਲ ਗੱਲਬਾਤ ਕਰੇ, ਨਾਲ ਜ਼ਿਮੀਂਦਾਰ ਨੂੰ ਵੀ ਮਤਲਬ ਪਤਾ ਲੱਗੇ, ਨਾਲ ਉਹਨਾਂ ਨੂੰ ਵੀ ਪਤਾ ਲੱਗੇ ਇਹਦੇ ਵਿੱਚ ਕੀ ਗੱਲਾਂ ਆਉਂਦੀਆਂ ਨੇ, ਕੀ ਇਹਦੇ ਵਿੱਚ ਨਫਾ ਨੁਕਸਾਨ ਆ, ਕੀ ਫਾਇਦਾ। ਸਰਦਾਰ ਜੀ, ਕਿਤੇ ਕਿਤੇ ਘਟਨਾਵਾਂ ਦੇਖਣ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ, ਲੇਕਿਨ ਕਿਸਾਨਾਂ ਵੱਲੋਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ। ਇਸ ਪੁਆਇੰਟ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਧੱਕੇਸ਼ਾਹੀ ਤਾਂ ਜੀ ਕੋਈ ਨਹੀਂ ਕਰੀ ਜਾਂਦੀ। ਜਦੋਂ ਆਉਂਦੇ ਨੇ ਉਹਨਾਂ ਨੂੰ ਆਓ ਬੈਠ ਕੇ ਵਧੀਆ ਕਰੀਦਾ, ਚਾਹ ਪਾਣੀ ਵੀ ਪੁੱਛੀ ਦਾ। ਕਈ ਵਾਰੀ ਕੋਈ ਚੱਲ ਵਿੱਚ ਬੰਦਾ ਕੋਈ ਅਣਗਹਿਲਾ ਹੀ ਹੁੰਦਾ, ਉਹਨੂੰ ਫਿਰ ਅਸੀਂ ਰੋਕਦੇ ਹਾਂ, ਬਈ ਇਹ ਕੰਮ ਨਹੀਂ ਕਰਨਾ ਹੈਗਾ। ਉਹ ਵੀ ਆਪਣੇ ਮਤਲਬ ਭਾਈਚਾਰਾ, ਮਤਲਬ ਉਹ ਵੀ ਮਜਬੂਰ ਨੇ, ਮਤਲਬ ਆਉਣਾ ਪੈਂਦਾ ਉਹਨਾਂ ਨੂੰ। ਆਹੀ ਗੱਲਾਂ ਬਾਤਾਂ ਨੇ, ਹੋਰ ਫਿਰ ਉਸ ਨੂੰ। ਸਰਦਾਰ ਜੀ, ਤੁਸੀਂ ਇਸ ਮਸਲੇ ਦਾ ਜੋ ਪਰਾਲੀ ਨੂੰ ਅੱਗ ਲਾਉਣ ਦਾ ਕਿਸਾਨ ਵੀਰਾਂ ਦਾ ਰੁਝਾਨ ਹੈ, ਇਹਦਾ ਫਿਊਚਰ ਕਿਵੇਂ ਦਾ ਦੇਖਦੇ ਹੋ? ਇਹਦਾ ਟੀਚਰ ਦਾ ਜੀ ਇਹ ਦੇਖਿਆ ਜਾਂਦਾ, ਮਤਲਬ ਮੌਕੇ 'ਤੇ ਮਸ਼ੀਨਾਂ ਆ ਜਾਣ, ਇਹ ਵੀ ਜਿਹੜਾ ਜ਼ਿਮੀਂਦਾਰ ਬਹੁਤ ਮਜਬੂਰ ਹੋ ਕੇ ਅੱਗ ਲਾਉਂਦਾ ਨਹੀਂ, ਅੱਗ ਲਾਉਣ ਨੂੰ ਕਿਸੇ ਦਾ ਜੀਅ ਨਹੀਂ ਕਰਦਾ ਹੈਗਾ। ਜੇ ਮਸ਼ੀਨਾਂ ਆਈ ਜਾਣ, ਮਤਲਬ ਜਿਵੇਂ ਮੈਂ ਪਹਿਲਾਂ ਵੀ ਕਿਹਾ, ਹਰੇਕ ਪਿੰਡ ਦੇ ਵਿੱਚ 5-4 5-7 ਹੋਣ, ਕੋਈ ਮਤਲਬ ਪਰਾਲੀ ਨੂੰ ਅੱਗ ਨਹੀਂ ਲਾਉਂਦਾ। ਸਾਰਿਆਂ ਮਤਲਬ ਹੱਲ ਇਹਦੇ ਨਾਲ ਹੁੰਦੀ ਹੈ ਨੇ, ਗੱਠਾਂ ਬੰਨ੍ਹੀਆਂ ਜਾਣ, ਨਾਲ ਹੁੰਦੇ ਚੱਕੀਆਂ ਜਾਣ, ਉਦੋਂ ਬਾਅਦ 'ਚ ਜ਼ਿਮੀਂਦਾਰ ਆਪਦਾ ਫਸਲ ਬੀਜ ਸਕਦਾ। ਸਰਦਾਰ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਧੰਨਵਾਦ ਜੀ।